ਗੁੱਡ ਮਾਰਨਿੰਗ ਸਟੂਡੈਂਟਸ ਅੱਜ ਤੁਹਾਡੇ ਅਗਲੇ ਟੌਪਿਕ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਠੀਕ ਹੈ, ਉਮੀਦ ਆ ਕਿ ਤੁਸੀਂ ਇਹਨੂੰ ਧਿਆਨ ਨਾਲ ਸੁਣੋਗੇ। ਤਾਂ ਫਸਟ ਦੇਖੋ ਕਿ ਅੱਜ ਆਪਾਂ ਟੌਪਿਕ ਜਿਹੜਾ ਡਿਸਕਸ ਕਰਨਾ ਉਹ ਹੋਏਗਾ ਓਬਜੈਕਟਿਵ ਆਫ ਬਿਜ਼ਨਸ। ਜਿਹੜਾ ਕੱਲ੍ਹ ਟੌਪਿਕ ਹੋਇਆ ਸੀਗਾ ਉਹਦੇ ਵਿੱਚ ਡਿਸਕਸ ਕੀਤਾ ਸੀਗਾ ਡਿਫਰੈਂਸ ਬਿਟਵੀਨ ਬਿਜ਼ਨਸ ਪ੍ਰੋਫੈਸ਼ਨ ਐਂਡ ਇੰਪਲੋਇਮੈਂਟ। ਯਾਨੀ ਕਿ ਕੱਲ੍ਹ ਜਿਹੜਾ ਡਿਫਰੈਂਸ ਆਪਣਾ ਮੇਨ ਇੰਪੋਰਟੈਂਟ ਟੌਪਿਕ ਸੀਗਾ 6 ਮਾਰਕਸ ਦੇ ਲਈ ਉਹ ਕਵਰ ਹੋਇਆ। ਸੋ ਅੱਜ ਜਿਹੜਾ ਤੁਹਾਡਾ 4 ਮਾਰਕਸ ਦਾ ਇੱਕ ਕੁਐਸਚਨ ਹੈ ਜਿਹੜਾ ਉਹ ਕਵਰ ਹੋਏਗਾ। ਸੋ ਇੰਪੋਰਟੈਂਟ ਨੇ ਹੁਣ ਵਾਲੇ ਟੌਪਿਕ ਸਾਰੇ, ਤਾਂ ਧਿਆਨ ਨਾਲ ਸੁਣਿਓ। ਫਸਟ ਦੇਖੋ ਕਿ ਮੇਨ ਓਬਜੈਕਟਿਵ ਕੀ ਆ। ਠੀਕ ਹੈ, ਓਬਜੈਕਟਿਵ ਦਾ ਮਤਲਬ ਹੁੰਦਾ ਉਦੇਸ਼, ਮਕਸਦ। ਠੀਕ ਹੈ, ਤਾਂ ਦੇਖੋ ਕਿ ਕੋਈ ਵੀ ਹਿਊਮਨ ਐਕਟੀਵਿਟੀ ਆ ਜਿਹੜੀ ਉਹ ਕੀ ਹੈ ਚਲਾਈ ਨਹੀਂ ਜਾ ਸਕਦੀ ਬਿਨਾਂ ਕਿਸੇ ਵੀ ਓਬਜੈਕਟਿਵ ਦੇ। ਅਗਰ ਇਨਸਾਨ ਜ਼ਿੰਦਾ ਰਹਿ ਰਿਹਾ ਤਾਂ ਉਹਦਾ ਵੀ ਕੋਈ ਓਬਜੈਕਟਿਵ ਹੋਏਗਾ। ਠੀਕ ਹੈ, ਅਗਰ ਕੋਈ ਕੰਮ ਕਰ ਰਿਹਾ ਤਾਂ ਉਹਦਾ ਕੋਈ ਨਾ ਕੋਈ ਓਬਜੈਕਟਿਵ ਜ਼ਰੂਰ ਹੋਏਗਾ। ਸੋ ਇਸੇ ਤਰ੍ਹਾਂ ਇੱਕ ਬਿਜ਼ਨਸ ਦਾ ਵੀ ਓਬਜੈਕਟਿਵ ਹੁੰਦਾ ਕਿ ਉਹ ਕੁਛ ਪੈਸਾ ਕਮਾਉਣਾ ਚਾਹੁੰਦਾ। ਠੀਕ ਹੈ, ਆਪਦੇ ਕੰਮ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ। ਬਿਜ਼ਨਸ ਦੇ ਜਿਹੜੇ ਓਬਜੈਕਟਿਵ ਆ ਉਹ ਹੋਣੇ ਜ਼ਰੂਰੀ ਆ, ਕਿਉਂਕਿ ਬਿਨਾਂ ਓਬਜੈਕਟਿਵ ਦੇ ਠੀਕ ਹੈ ਕੋਈ ਵੀ ਬਿਜ਼ਨਸ ਆ ਜਿਹੜਾ ਉਹ ਕੰਮ ਨਹੀਂ ਕਰ ਸਕਦਾ। ਅਗਰ ਸਹੀ ਓਬਜੈਕਟਿਵਸ ਹੋਣਗੇ ਤਾਂ ਬਿਜ਼ਨਸ ਆ ਜਿਹੜਾ ਉਹ ਹਮੇਸ਼ਾ ਵਾਧੇ ਵਾਲੀ ਸਾਈਡ ਜਾਏਗਾ। ਬੇਸਿਕਲੀ ਆਪਾਂ ਦੋ ਦੇਖਦੇ ਹਾਂ ਕਿ ਦੋ ਓਬਜੈਕਟਿਵ ਹੋਣਗੇ, ਇੱਕ ਤਾਂ ਇਕਨੋਮਿਕ ਹੋਣਗੇ, ਇੱਕ ਨਾਨ ਇਕਨੋਮਿਕ। ਇਕਨੋਮਿਕ ਦਾ ਮਤਲਬ ਕਿ ਜਿਹਦੇ ਵਿੱਚ ਅਰਨਿੰਗ ਮੇਨ ਓਬਜੈਕਟਿਵ ਹੋਏਗਾ। ਨਾਨ ਇਕਨੋਮਿਕ ਦਾ ਮਤਲਬ ਕਿ ਜਿਹਦੇ ਵਿੱਚ ਅਰਨਿੰਗ ਮੇਨ ਓਬਜੈਕਟਿਵ ਨਹੀਂ ਹੈ, ਸਕਸੈਸ ਕਹਿ ਸਕਦੇ ਹਾਂ ਕਿ ਵਾਧਾ ਜਿਹੜਾ ਉਹ ਮੇਨ ਓਬਜੈਕਟਿਵ ਹੋਏਗਾ। ਸੋ ਦੇਖੋ ਕਿ ਕੁਛ ਹੋਰ ਜਿਹੜੇ ਓਬਜੈਕਟਿਵਸ ਆ ਉਹਨਾਂ ਨੂੰ ਇੱਥੇ ਕਲਾਸੀਫਾਈ ਕਰਿਆ ਹੋਇਆ ਵੀ ਕਿਹੜੇ ਕਿਹੜੇ ਮੇਨ ਓਬਜੈਕਟਿਵ ਆ ਜਿਹੜੇ ਬਿਜ਼ਨਸ ਦੇ ਹੋਣਗੇ। ਤਾਂ ਦੇਖੋ ਟੌਪਿਕ ਜਿਹੜੇ ਬੇਸਿਕਲੀ ਓਬਜੈਕਟਿਵਸ ਨੇ ਇਹ 4 ਨੇ। ਇਕਨੋਮਿਕ ਆਰਥਿਕ, ਠੀਕ ਹੈ, ਸੋਸ਼ਲ ਯਾਨੀ ਕਿ ਸਮਾਜਿਕ, ਹਿਊਮਨ ਯਾਨੀ ਕਿ ਮਨੁੱਖੀ, ਔਰ ਨੈਸ਼ਨਲ ਯਾਨੀ ਕਿ ਕੌਮੀ ਯਾਨੀ ਕਿ ਦੇਸ਼ ਦੇ ਲਈ। ਠੀਕ ਹੈ, ਅੱਜ ਆਪਾਂ ਫਸਟ ਹੀ ਡਿਸਕਸ ਕਰਨਾ ਜਿਹੜਾ ਕਿ ਤੁਹਾਡੇ 4 ਮਾਰਕਸ ਦੇ ਲਈ ਬਹੁਤ ਹੀ ਇੰਪੋਰਟੈਂਟ ਟੌਪਿਕ ਆ। ਔਰ ਇਹਨੂੰ ਬਹੁਤ ਹੀ ਡੀਪਲੀ ਤੁਸੀਂ ਰੀਡ ਕਰਨਾ, ਕਿਉਂਕਿ ਟੌਪਿਕਸ ਆ ਜਿਹੜੇ ਇਸ ਤੋਂ ਬਾਅਦ ਆਉਣਗੇ ਸਾਰੇ ਹੀ ਤੁਹਾਡੇ ਫਸਟ ਚੈਪਟਰ ਦੇ ਮੇਨ ਬੇਸਿਕ ਇੰਪੋਰਟੈਂਟ ਟੌਪਿਕ ਨੇ। ਤਾਂ ਫਸਟ ਦੇਖੋ ਜਿਹੜੇ ਇਕਨੋਮਿਕ ਓਬਜੈਕਟਿਵ ਨੇ, ਠੀਕ ਹੈ, ਤਾਂ ਉਹਦੇ ਵਿੱਚ ਦੇਖੋ ਉਹਨਾਂ ਦਾ ਪਹਿਲਾ ਕੰਮ ਹੋਏਗਾ ਪ੍ਰੋਫਿਟ ਅਰਨ ਕਰਨਾ, ਯਾਨੀ ਕਿ ਲਾਭ ਕਮਾਉਣਾ, ਪੈਸਾ ਕਮਾਉਣਾ, ਜਿਹੜਾ ਕਿ ਬਹੁਤ ਮੇਨ ਬੇਸਿਕ ਹਰੇਕ ਬਿਜ਼ਨਸ ਦਾ ਓਬਜੈਕਟਿਵ ਹੋਏਗਾ। ਸੈਕਿੰਡ ਹੋਏਗਾ ਕਿ ਕਿਸੇ ਮਟੀਰੀਅਲ ਨੂੰ ਬਣਾਉਣਾ, ਪ੍ਰੋਡਕਸ਼ਨ ਆਫ ਗੁੱਡਸ, ਸਮਾਨ ਦਾ ਉਤਪਾਦਨ ਕਰਨਾ, ਚੀਜ਼ਾਂ ਨੂੰ ਬਣਾਉਣਾ। ਇਹ ਵੀ ਉਹਦਾ ਓਬਜੈਕਟਿਵ ਹੋਏਗਾ, ਕਿਉਂਕਿ ਜੇ ਉਹ ਸਮਾਨ ਹੀ ਨਹੀਂ ਬਣਾਊਗਾ ਤਾਂ ਉਹ ਮਾਰਕੀਟ ਦੇ ਵਿੱਚ ਕਿਵੇਂ ਲੈ ਕੇ ਜਾਊਗਾ, ਕੁਝ ਸੇਲ ਵੀ ਨਹੀਂ ਹੋਊਗੀ ਅਤੇ ਪੈਸਾ ਵੀ ਨਹੀਂ ਅਰਨ ਹੋਏਗਾ। ਨੈਕਸਟ ਹੈਗਾ ਕ੍ਰੀਏਟਿੰਗ ਮਾਰਕੀਟ। ਹੁਣ ਜੇ ਕੋਈ ਮੰਡੀ ਨਾ ਹੋਈ ਜਿੱਥੇ ਸਮਾਨ ਵੇਚਣਾ ਹੈ, ਫਿਰ ਉਹ ਕਿਸ ਤਰੀਕੇ ਨਾਲ ਪੈਸਾ ਜਿਹੜਾ ਉਹ ਕਮਾ ਸਕਦਾ। ਠੀਕ ਹੈ, ਯਾਨੀ ਕਿ ਇੱਥੇ ਮੰਡੀਆਂ ਦਾ ਪੈਦਾ ਕਰਨਾ ਜ਼ਰੂਰੀ ਆ, ਮੰਡੀਆਂ ਨੂੰ ਬਣਾਉਣਾ ਜ਼ਰੂਰੀ ਆ। ਔਰ ਮੰਡੀਆਂ ਨੂੰ ਬਣਾਉਂਦਾ ਕੌਣ ਆ? ਇੱਕ ਬਿਜ਼ਨਸਮੈਨ, ਇੱਕ ਕਾਰੋਬਾਰੀ। ਠੀਕ ਹੈ, ਅੱਗੇ ਹੈ ਇਨੋਵੇਸ਼ਨ। ਇਨੋਵੇਸ਼ਨ ਦਾ ਮਤਲਬ ਹੁੰਦਾ ਕੋਈ ਖੋਜ। ਠੀਕ ਹੈ, ਕੋਈ ਵੀ ਮਟੀਰੀਅਲ ਆਉਂਦਾ ਅਗਰ ਉਹਦੇ ਵਿੱਚ ਥੋੜ੍ਹਾ ਬਹੁਤਾ ਚੇਂਜ ਹੋ ਜਾਂਦਾ, ਕੋਈ ਬਦਲਾਵ ਆ ਜਾਂਦਾ, ਤਾਂ ਉਹ ਦੇਖਣ 'ਚ ਵੀ ਵਧੀਆ ਲੱਗਦਾ ਔਰ ਉਹਨੂੰ ਵਰਤਣਾ ਵੀ ਥੋੜ੍ਹਾ ਜਿਹਾ ਐਕਸਾਈਟਡ ਸਮਝਦਾ ਕੋਈ ਵੀ ਕਸਟਮਰ ਆ। ਤਾਂ ਉਹਦਾ ਮੇਨ ਮੋਟਿਵ ਹੁੰਦਾ ਬਿਜ਼ਨਸਮੈਨ ਦਾ ਕਿ ਉਹ ਕਸਟਮਰ ਨੂੰ ਨਵੀਆਂ ਤੋਂ ਨਵੀਆਂ ਚੀਜ਼ਾਂ ਦਿਖਾਵੇ, ਨਵੀਆਂ ਤੋਂ ਨਵੀਆਂ ਚੀਜ਼ਾਂ ਉਹਨਾਂ ਦੇ ਲਈ ਲੈ ਕੇ ਆਵੇ, ਕਿਉਂਕਿ ਹਰ ਇੱਕ ਨੂੰ ਚੇਂਜ ਆ ਜਿਹੜਾ ਉਹ ਪਸੰਦ ਆਉਂਦਾ। ਠੀਕ ਹੈ, ਸੋ ਇਨੋਵੇਸ਼ਨ ਬਿਜ਼ਨਸ ਦੇ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਇਸੇ ਓਬਜੈਕਟਿਵ ਦੇ ਲਈ ਬਿਜ਼ਨਸਮੈਨ ਆ ਜਿਹੜਾ ਉਹ ਕੰਮ ਹਮੇਸ਼ਾ ਕਰਦਾ ਰਹਿੰਦਾ। ਸੋ ਆਪਾਂ ਇਹਨਾਂ ਨੂੰ ਡਿਟੇਲ ਦੇ ਵਿੱਚ ਦੇਖਦੇ ਹਾਂ। ਦੇਖੋ ਫਸਟ ਹੈਗਾ ਤੁਹਾਡਾ ਪ੍ਰੋਫਿਟ ਮੋਟਿਵ। ਠੀਕ ਹੈ, ਤਾਂ ਦੇਖੋ ਦਿਸ ਇਜ਼ ਨੈਸੈਸਰੀ ਟੂ ਅਰਨ ਪ੍ਰੋਫਿਟ ਫॉर ਦੀ ਸਰਵਾਈਵਲ ਆਫ ਬਿਜ਼ਨਸ। ਬਿਜ਼ਨਸ ਨੂੰ ਚਲਾਉਂਦੇ ਰਹਿਣ ਦੇ ਲਈ, ਸਰਵਾਈਵ ਕਰਨ ਦੇ ਲਈ, ਠੀਕ ਹੈ, ਕੰਮ ਕਰਦੇ ਰਹਿਣ ਦੇ ਲਈ ਪ੍ਰੋਫਿਟ ਦਾ ਹੋਣਾ, ਪ੍ਰੋਫਿਟ ਨੂੰ ਅਰਨ ਕਰਨਾ ਜ਼ਰੂਰੀ ਹੈ। ਜਿੰਨਾ ਜ਼ਿਆਦਾ ਪ੍ਰੋਫਿਟ ਹੋਊਗਾ ਉਹਦੇ ਨਾਲ ਕੀ ਹੈ ਬਿਜ਼ਨਸ ਨੂੰ ਜ਼ਿਆਦਾ ਮੌਕੇ ਮਿਲਣਗੇ। ਇਨਸੈਂਟਿਵ ਦਾ ਮਤਲਬ ਹੁੰਦਾ ਮੌਕੇ ਮਿਲਣੇ। ਠੀਕ ਹੈ, ਉਹਨੂੰ ਇਨਕਰੇਜ ਮਿਲੇਗੀ, ਵਧਾਵਾ ਮਿਲੇਗਾ ਕਿ ਉਹ ਆਪਦੇ ਕੰਮ ਨੂੰ ਹੋਰ ਲੈ ਕੇ ਜਾਵੇ ਅੱਗੇ। ਕੌਣ? ਓਨਰ। ਠੀਕ ਹੈ, ਓਨਰ ਦਾ ਮਤਲਬ ਹੁੰਦਾ ਮਾਲਿਕ, ਕਿ ਮਾਲਿਕ ਨੂੰ ਮੋਟੀਵੇਸ਼ਨ ਮਿਲੇਗੀ, ਉਹਨੂੰ ਵਧਾਵਾ ਮਿਲੇਗਾ, ਉਹਨੂੰ ਮੌਕੇ ਮਿਲਣਗੇ ਕਿ ਆਪਣੇ ਕੰਮ ਨੂੰ ਹੋਰ ਅੱਗੇ ਲੈ ਕੇ ਜਾ ਸਕੇ। ਠੀਕ ਹੈ, ਤਾਂ ਦੇਖੋ ਬਿਜ਼ਨਸ ਦੇ ਵਿੱਚ ਪ੍ਰੋਫਿਟ ਦੀ ਜ਼ਰੂਰਤ ਕਿਉਂ ਹੁੰਦੀ ਆ। ਹੁਣ ਆਪਾਂ ਗੱਲ ਕਰਦੇ ਸੀ ਕਿ ਬਿਜ਼ਨਸ ਦੇ ਲਈ ਪ੍ਰੋਫਿਟ ਅਰਨ ਕਰਨਾ ਇੱਕ ਬਿਜ਼ਨਸਮੈਨ ਦੇ ਲਈ ਜ਼ਰੂਰੀ ਹੈ, ਕਿਉਂਕਿ ਉਹਨੇ ਕੁਛ ਡਿਊਟੀਆਂ ਪੂਰੀਆਂ ਕਰਨੀਆਂ ਹੋਣਗੀਆਂ। ਉਹਦੇ ਲਈ ਜਿਹੜੇ ਵਰਕਰ ਕੰਮ ਕਰਦੇ ਹੋਣਗੇ ਉਹਨਾਂ ਨੂੰ ਸੈਲਰੀ ਦੇਣੀ ਹੋਊਗੀ, ਮਸ਼ੀਨਾਂ ਲੈ ਕੇ ਆਉਣੀਆਂ ਹੋਣਗੀਆਂ, ਰॉ ਮਟੀਰੀਅਲ ਕੱਚਾ ਮਾਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਲੈ ਕੇ ਆਉਣਾ ਹੋਏਗਾ।
ਜਿਨ੍ਹਾਂ ਲੋਕਾਂ ਨੇ ਉਹਦੇ ਕੰਮ ਦੇ ਵਿੱਚ ਪੈਸੇ ਲਗਾਏ ਆ ਉਹਨਾਂ ਦਾ ਹਿੱਸਾ ਜਿਹੜਾ ਉਹ ਦੇਣਾ ਹੋਏਗਾ। ਯਾਨੀ ਕਿ ਬੇਸਿਕਲੀ ਕੁਛ ਕੰਸੈਪਟ ਜਿਹੜੇ ਉਹ ਹੋਣਗੇ। ਤਾਂ ਫਸਟ ਦੇਖੋ, EMPLOYEES ਡਿਮਾਂਡ ਹਾਇਰ ਵੇਜਿਸ ਐਂਡ ਬੈਟਰ ਵਰਕਿੰਗ ਕੰਡੀਸ਼ਨ। ਇੱਕ ਤਾਂ ਜਿਹੜੇ ਉਹਨਾਂ ਦੇ ਵਰਕਰ ਆ ਉਹਨਾਂ ਨੂੰ ਵਧੀਆ ਰਹਿਣ ਬਹਿਣ ਦੀਆਂ ਸਹੂਲਤਾਂ, ਠੀਕ ਹੈ, ਖਾਣ ਪੀਣ ਦਾ ਪ੍ਰੋਪਰ ਧਿਆਨ, ਔਰ ਜਿੰਨੇ ਵੀ ਉਹਨਾਂ ਦੇ ਇਨਸੈਂਟਿਵ ਆ ਵਧੀਆ ਵੇਜਿਸ ਵਗੈਰਾ ਦੇ ਕੇ ਉਹਨਾਂ ਦੇ ਪੂਰੇ ਕਰਨੇ, ਯਾਨੀ ਕਿ ਉਹਨਾਂ ਦੀ ਡਿਮਾਂਡ ਪੂਰੀ ਕਰਨੀ ਕਸਟਮਰ ਦੀ, ਸੋਰੀ EMPLOYEES ਦੀ। ਨੈਕਸਟ ਹੋਏਗਾ, ਇਨਵੈਸਟਰ ਜਿਹੜੇ ਹੋਣਗੇ ਜਿਨ੍ਹਾਂ ਨੇ ਪੈਸਾ ਲਗਾਇਆ ਉਹ ਇਹ ਹਮੇਸ਼ਾ ਹੀ ਸੋਚਣਗੇ ਕਿ ਸਾਨੂੰ ਹਾਈਅਰ ਰੇਟ ਆਫ ਇੰਟਰਸਟ ਮਿਲੇ, ਯਾਨੀ ਕਿ ਉਹਨਾਂ ਨੂੰ ਜਿਹੜਾ ਵਾਪਸ ਮਿਲਣਾ ਰੇਟ ਆਫ ਇੰਟਰਸਟ ਉਹ ਜ਼ਿਆਦਾ ਹੋਵੇ। ਗਰੋਥ ਐਂਡ ਐਕਸਪੈਂਸ਼ਨ ਆਫ ਬਿਜ਼ਨਸ ਦੀ ਗਰੋਥ ਅਤੇ ਵਾਧਾ ਜਿਹੜਾ ਉਹ ਕਰਨ ਦੇ ਲਈ ਪੈਸਾ ਹੋਣਾ ਜ਼ਰੂਰੀ ਹੈ, ਕਿਉਂਕਿ ਜੇ ਪੈਸਾ ਹੋਊਗਾ ਫਿਰ ਹੀ ਉਹ ਨਵਾਂ ਤੋਂ ਨਵਾਂ ਮਟੀਰੀਅਲ ਲੈ ਕੇ ਆ ਸਕਦੇ ਆ, ਫਿਰ ਹੀ ਉਹਨੂੰ ਮਾਰਕੀਟ ਦੇ ਵਿੱਚ ਐਡਵਰਟਾਈਜ਼ ਕਰ ਸਕਦੇ ਆ, ਯਾਨੀ ਕਿ ਉਹਦੀ ਮਸ਼ਹੂਰੀ ਕਰ ਸਕਦੇ ਆ। ਇੱਕ ਡੈਫੀਨੇਸ਼ਨ ਆ ਸਿੰਪਲੀ ਜਿਹੜੀ ਪ੍ਰੋਫਿਟ ਅਰਨਿੰਗ ਦੇ ਲਈ ਯੂਜ਼ ਹੁੰਦੀ ਹੈ ਕਿ ਪ੍ਰੋਫਿਟ ਅਰਨਿੰਗ ਆ ਜਿਹੜਾ ਉਹ ਓਨਾ ਹੀ ਇੰਪੋਰਟੈਂਟ ਨਹੀਂ, ਵੀ ਉਹ ਸਿੰਪਲ ਨਹੀਂ ਆ, ਬਹੁਤ ਜ਼ਿਆਦਾ ਇੰਪੋਰਟੈਂਟ ਆ ਜਿੰਨਾ ਕਿ ਆਪਾਂ ਖਾਣਾ ਜ਼ਰੂਰੀ ਸਮਝਦੇ ਹਾਂ। ਠੀਕ ਹੈ, ਕਹਿੰਦੇ ਜ਼ਿਆਦਾ ਜ਼ਰੂਰੀ ਨਹੀਂ ਆ ਪਰ ਇੰਨਾ ਕੁ ਜ਼ਰੂਰੀ ਹੈਗਾ ਵੀ ਜਿਵੇਂ ਆਪਾਂ ਖਾਣਾ ਜ਼ਰੂਰੀ ਸਮਝਦੇ ਹਾਂ, ਜਿਵੇਂ ਜ਼ਿੰਦਗੀ ਦਾ ਮਕਸਦ ਆਪਣਾ ਹੈਗਾ ਕਿ ਜਿਉਂਦੇ ਰਹਿਣ ਦੇ ਲਈ ਖਾਣਾ ਖਾਈਏ, ਤਾਂ ਉਸੇ ਤਰ੍ਹਾਂ ਬਿਜ਼ਨਸ ਦਾ ਵੀ ਇੱਕ ਓਬਜੈਕਟਿਵ ਆ ਕਿ ਜਿਉਂਦੇ ਰਹਿਣ ਦੇ ਲਈ, ਕੰਮ ਕਰਨ ਦੇ ਲਈ, ਬਿਜ਼ਨਸ ਦੇ ਵਿੱਚ ਜਿਉਂਦੇ ਰਹਿਣ ਦੇ ਲਈ, ਠੀਕ ਹੈ, ਬਿਜ਼ਨਸ ਦੇ ਵਿੱਚ ਚੱਲਦੇ ਰਹਿਣ ਦੇ ਲਈ, ਜਿਉਂਦੇ ਰਹਿਣ ਦੇ ਲਈ ਪ੍ਰੋਫਿਟ ਅਰਨਿੰਗ ਆ ਜਿਹੜੀ ਉਹ ਹੋਣੀ ਜ਼ਰੂਰੀ ਹੈ। ਨੈਕਸਟ ਹੈ, ਸੋ ਨੈਕਸਟ ਦੇਖੋ, ਇਸ ਤੋਂ ਬਾਅਦ ਹੋਏਗਾ ਤੁਹਾਡਾ ਪ੍ਰੋਡਕਸ਼ਨ ਆਫ ਗੁਡਸ। ਪ੍ਰੋਡਕਸ਼ਨ ਆਫ ਗੁਡਸ ਦਾ ਮਤਲਬ ਹੋ ਗਿਆ ਵੀ ਕਿਸ ਮਟੀਰੀਅਲ ਨੂੰ ਬਣਾਉਣਾ, ਸਮਾਨ ਨੂੰ ਬਣਾਉਣਾ, ਠੀਕ ਹੈ, ਫੈਕਟਰੀਆਂ ਦੇ ਵਿੱਚ ਜਾਂ ਵਰਕਰਸ ਦੀ ਮਦਦ ਦੇ ਨਾਲ। ਤਾਂ ਦੇਖੋ, ਟੂ ਸੈਟਿਸਫਾਈ ਦੀ ਨੀਡਸ ਐਂਡ ਵਾਂਟਸ ਆਫ EMPLOYEES ਪੀਪਲਸ, ਠੀਕ ਹੈ, ਕਸਟਮਰ ਦੀ ਜਿਹੜੀ ਜ਼ਰੂਰਤ ਆ ਉਹਨਾਂ ਨੂੰ ਪੂਰੀਆਂ ਕਰਨ ਦੇ ਲਈ ਦਾ ਬਿਜ਼ਨਸ ਹੈਜ਼ ਟੂ ਪ੍ਰੋਡਿਊਸ ਦਾ ਗੁਡਸ ਅਕੋਰਡਿੰਗ ਟੂ ਦੇਅਰ ਟੇਸਟ ਐਂਡ ਫੈਸ਼ਨ। ਜਿਵੇਂ ਦਾ ਲੋਕਾਂ ਦਾ ਟੇਸਟ ਹੋਏਗਾ, ਕਸਟਮਰ ਦਾ ਟੇਸਟ ਹੋਏਗਾ, ਉਹਦੇ ਮੁਤਾਬਿਕ ਬਿਜ਼ਨਸਮੈਨ ਨੂੰ ਸਮਾਨ ਜਿਹੜਾ ਉਹ ਬਣਾਉਣਾ ਪਏਗਾ। ਠੀਕ ਹੈ, ਐਗਜ਼ਾਮਪਲ ਦੇ ਤੌਰ 'ਤੇ ਕੋਈ ਵੀ ਲੈ ਲਓ ਤੁਸੀਂ ਮਟੀਰੀਅਲ, ਠੀਕ ਹੈ, ਮੰਨ ਲਓ ਕਿ ਪੇਸਟਰੀਜ਼ ਦੀ ਗੱਲ ਕਰਦੇ ਹਾਂ, ਕੇਕ ਔਰ ਪੇਸਟਰੀਜ਼ ਦੀ। ਕੋਈ ਪਰਸਨ ਬੇਕਰੀ 'ਤੇ ਜਾਂਦਾ ਵਾ, ਠੀਕ ਹੈ, ਹੁਣ ਉਹ ਆਪਣੀ ਜਿਹੜਾ ਮਟੀਰੀਅਲ ਮੰਗੂ ਉਹ ਆਪਣੇ ਟੇਸਟ ਦੇ ਅਕੋਰਡਿੰਗ ਮੰਗੂਗਾ। ਤਾਂ ਦੁਕਾਨਦਾਰ ਦੀ ਕੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਜਿਹੜਾ ਕਸਟਮਰ ਨੇ ਮਟੀਰੀਅਲ ਮੰਗਿਆ ਉਹੀ ਦੇਵੇ। ਹੋ ਸਕਦਾ ਤੁਸੀਂ ਚਾਕਲੇਟ ਕੇਕ ਮੰਗਿਆ ਹੋਵੇ, ਠੀਕ ਹੈ, ਬੇਕਰੀ 'ਤੇ ਜਾ ਕੇ ਤੁਸੀਂ ਕਹਿ ਤਾ ਵੀ ਮੈਨੂੰ ਚਾਕਲੇਟ ਕੇਕ ਚਾਹੀਦਾ, ਹੁਣ ਦੁਕਾਨਦਾਰ ਦਾ ਫਰਜ਼ ਬਣਦਾ ਕਿ ਤੁਹਾਨੂੰ ਚਾਕਲੇਟ ਕੇਕ ਹੀ ਦੇਵੇ। ਇਹ ਤਾਂ ਨਹੀਂ ਹੋਊਗਾ ਵੀ ਤੁਸੀਂ ਚਾਕਲੇਟ ਕੇਕ ਮੰਗ ਰਹੇ ਹੋ ਔਰ ਤੁਹਾਨੂੰ ਸਟ੍ਰਾਬੇਰੀ ਜਾਂ ਕੋਈ ਵੀ ਅਲੱਗ ਜਿਹੜਾ ਮਟੀਰੀਅਲ ਆ ਉਹ ਦੇ ਰਿਹਾ ਤੁਹਾਨੂੰ, ਠੀਕ ਹੈ। ਸੋ ਇਹਦੇ ਵਿੱਚ ਕਸਟਮਰ ਜਿਹੜਾ ਉਹ ਸੈਟਿਸਫਾਈ ਨਹੀਂ ਹੋਊਗਾ, ਉਹ ਉਸ ਜਗ੍ਹਾ ਤੋਂ ਫਿਰ ਬਿਨਾਂ ਕੁਛ ਲਈ ਜਾ ਸਕਦਾ। ਸੋ ਮੇਨ ਜਿਹੜਾ ਬੇਸਿਕ ਉਹ ਹੋਊਗਾ ਓਬਜੈਕਟਿਵ ਕਿ ਕਸਟਮਰ ਦੇ ਟੇਸਟ ਦੇ ਅਕੋਰਡਿੰਗ ਕੰਮ ਕਰਨਾ, ਕੀ ਫੈਸ਼ਨ ਮਾਰਕੀਟ ਦੇ ਵਿੱਚ ਚੱਲ ਰਿਹਾ ਪਹਿਲਾਂ ਉਹਨੂੰ ਦੇਖਣਾ, ਫਿਰ ਮਟੀਰੀਅਲ ਬਣਾਉਣਾ। ਨੈਕਸਟ ਹੋਏਗਾ ਤਾਂ ਬਿਜ਼ਨਸ ਨਾਟ ਓਨਲੀ ਪ੍ਰੋਡਿਊਸ ਗੁਡਸ ਬਟ ਇਟ ਆਲਸੋ ਮੇਕ ਦੀਜ਼ ਗੁਡਸ ਅਵੇਲੇਬਲ ਟੂ ਦਾ ਕਸਟਮਰ। ਸਿਰਫ ਕਸਟਮਰ ਨੂੰ ਗੁਡਸ ਦੇਣਾ ਹੀ ਕਾਫੀ ਨਹੀਂ ਆ, ਉਹਨਾਂ ਨੂੰ ਪਹੁੰਚਾਉਣ ਦੇ ਲਈ, ਉਹਨਾਂ ਤੱਕ ਜਾਣ ਦੇ ਲਈ ਇੱਕ ਮਾਰਕੀਟ ਵੀ ਜਿਹੜੀ ਉਹ ਹੋਣੀ ਜ਼ਰੂਰੀ ਆ। ਯਾਨੀ ਕਿ ਕਸਟਮਰ ਜੇ ਮਟੀਰੀਅਲ ਮੰਗ ਰਿਹਾ ਤਾਂ ਉਹਨੂੰ ਉਹਦੇ ਤੱਕ ਪਹੁੰਚਾਉਣ ਦੀਆਂ ਜਿੰਨੀਆਂ ਵੀ ਰਿਸਪੋਂਸੀਬਿਲਿਟੀਜ਼ ਆ ਉਹ ਪ੍ਰੋਪਰ ਫਾਰਮ ਦੇ ਵਿੱਚ ਪ੍ਰੋਪਰ ਟਾਈਮ 'ਤੇ ਪੂਰੀਆਂ ਹੋਣੀਆਂ ਚਾਹੀਦੀਆਂ। ਵੀ ਜੇ ਕੋਈ ਕਸਟਮਰ ਕਹਿ ਰਿਹਾ ਵੀ ਤੁਹਾਨੂੰ 10 ਮਿੰਟ ਦੇ ਵਿੱਚ ਕੋਈ ਮਟੀਰੀਅਲ ਚਾਹੀਦਾ, ਠੀਕ ਹੈ, ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਉਹਨੂੰ ਉਸੇ ਟਾਈਮ ਦੇ ਵਿੱਚ ਮਟੀਰੀਅਲ ਹੈ ਜਿਹੜਾ ਉਹ ਸਪਲਾਈ ਕੀਤਾ ਜਾਵੇ, ਕਿਉਂਕਿ ਜੇ ਆਪਾਂ ਜ਼ਿਆਦਾ ਟਾਈਮ ਲਗਾਵਾਂਗੇ ਤਾਂ ਹੋ ਸਕਦਾ ਕਿ ਕਸਟਮਰ ਆਪਣੀ ਸ਼ੌਪ ਤੋਂ ਬਿਨਾਂ ਕੁਛ ਲਏ ਜਾਂ ਜਿਹੜੀ ਸ਼ੌਪ 'ਤੇ ਜਾਏਗਾ ਬਿਨਾਂ ਕੁਛ ਖਰੀਦੇ ਵਾਪਸ ਜਾ ਸਕਦਾ। ਸੋ ਪ੍ਰੋਪਰ ਜਿਹੜੀ ਅਵੇਲੇਬਿਲਿਟੀ ਹੈ ਮਟੀਰੀਅਲ ਦੀ ਕਸਟਮਰ ਤੱਕ ਪਹੁੰਚਾਉਣਾ ਉਹ ਵੀ ਜ਼ਰੂਰੀ ਆ। ਅੱਗੇ ਹੈ ਕ੍ਰੀਏਟਿੰਗ ਮਾਰਕੀਟਸ, ਠੀਕ ਹੈ, ਮਾਰਕੀਟਸ ਨੂੰ ਬਣਾਉਣਾ, ਯਾਨੀ ਕਿ ਉਹ ਵਾਲੀ ਪਲੇਸ ਕ੍ਰੀਏਟ ਕਰਨਾ ਜਿੱਥੇ ਉਹ ਮਟੀਰੀਅਲ ਨੂੰ ਸੇਲ ਕਰ ਸਕੇ, ਠੀਕ ਹੈ, ਜਿੱਥੇ ਕਸਟਮਰ ਆ ਸਕਣ। ਜ਼ਿਆਦਾਤਰ ਮਾਰਕੀਟਸ ਆ ਜਿਹੜੀਆਂ ਉਹ ਕਸਟਮਰ ਜਿੱਥੇ ਜ਼ਿਆਦਾ ਹੋਣਗੇ ਜਾਂ ਜਿੱਥੇ ਜ਼ਿਆਦਾ ਕਸਟਮਰ ਵਿਜ਼ਿਟ ਕਰਦੇ ਆ ਉੱਥੇ ਹੀ ਕ੍ਰੀਏਟ ਕੀਤੀਆਂ ਜਾਂਦੀਆਂ। ਸੋ ਬਿਜ਼ਨਸਮੈਨ ਦਾ ਮੇਨ ਪਰਪਸ ਹੋਏਗਾ ਕਿ ਉਹਨੇ ਆਪਣੇ ਗੁਡਸ ਨੂੰ ਸੇਲ ਕਰਨ ਦੇ ਲਈ ਇੱਕ ਕਸਟਮਰ ਦੀ ਪਹੁੰਚ ਤੱਕ ਇੱਕ ਜਿਹੜੀ ਮਾਰਕੀਟ ਆ ਉਹ ਕ੍ਰੀਏਟ ਕਰਨੀ ਹੋਏਗੀ। ਨੋਰਮਲ ਕਹਿ ਸਕਦੇ ਹਾਂ ਕਿ ਮਾਰਕੀਟਿੰਗ ਇਜ਼ ਇੰਪੋਰਟੈਂਟ ਐਕਟੀਵਿਟੀ ਆਫ ਬਿਜ਼ਨਸ ਇਨ ਆਰਡਰ ਟੂ ਅਫੈਕਟ ਦੀ ਸੇਲ ਔਰ ਐਕਸਚੇਂਜ ਆਫ ਗੁਡਸ। ਕਹਿੰਦੇ ਮੇਨ ਐਕਟੀਵਿਟੀ ਆ ਮਾਰਕੀਟ ਜਿਹਦੇ ਨਾਲ ਕਸਟਮਰ ਜਿਹੜੇ ਆ ਉਹ ਮਟੀਰੀਅਲ ਨੂੰ ਖਰੀਦਦੇ ਆ ਔਰ ਇਹ ਇਫੈਕਟ ਕਰਦੀ ਹੈ, ਠੀਕ ਹੈ, ਪ੍ਰਭਾਵਿਤ ਕਰਦੀ ਹੈ ਸਮਾਨ ਦੀ ਸੇਲ ਵਿਕਰੀ ਨੂੰ, ਠੀਕ ਹੈ, ਅਤੇ ਜਿਹੜਾ ਆਪਸ ਦੇ ਵਿੱਚ ਉਹਨਾਂ ਨੇ ਐਕਸਚੇਂਜ ਕਰਨੀ ਹੈ ਗੁਡਸ, ਪੈਸੇ ਦੇ ਨਾਲ ਗੁਡਸ ਐਕਸਚੇਂਜ ਕਰਨੀ ਹੈ, ਉਹ ਚੀਜ਼ ਨੂੰ ਪ੍ਰਭਾਵਿਤ ਕਰਦੀ ਹੈ।
ਜੇ ਤਾਂ ਮਟੀਰੀਅਲ ਮਾਰਕੀਟ ਦੇ ਵਿੱਚ ਆਸਾਨੀ ਨਾਲ ਮਿਲ ਰਿਹਾ ਤਾਂ ਕਸਟਮਰ ਜ਼ਰੂਰ ਖਰੀਦੇਗਾ। ਅਦਰਵਾਈਜ਼ ਉਹ ਕੋਸ਼ਿਸ਼ ਕਰੇਗਾ ਕਿ ਉਹ ਜ਼ਿਆਦਾ ਦੂਰ ਤੱਕ ਨਾ ਜਾਵੇ ਮਟੀਰੀਅਲ ਖਰੀਦਣ ਦੇ ਲਈ, ਠੀਕ ਹੈ। ਸੋ ਕੋਸ਼ਿਸ਼ ਕਰਨਾ ਇੱਥੇ ਬਿਜ਼ਨਸਮੈਨ ਹੀ ਕੋਸ਼ਿਸ਼ ਕਰੇਗਾ ਕਿ ਜਿੱਥੇ ਕਸਟਮਰ ਹੈ, ਜਿੱਥੇ ਮਾਰਕੀਟ ਸਾਨੂੰ ਈਜ਼ੀਲੀ ਮਿਲ ਸਕਦੀ ਹੈ, ਉੱਥੇ ਜਾ ਕੇ ਮਟੀਰੀਅਲ ਨੂੰ ਸੇਲ ਕਰੇ। ਸੋ ਇਟ ਹੈਜ਼ ਟੂ ਕ੍ਰੀਏਟ ਦਾ ਨਿਊ ਮਾਰਕੀਟ ਇਨ ਆਰਡਰ ਟੂ ਫਾਈਂਡ ਆਊਟ ਨਿਊ ਕਸਟਮਰ। ਕਈ ਵਾਰੀ ਕੀ ਹੁੰਦਾ ਕਿ ਪੁਰਾਣੇ ਕਸਟਮਰ ਘੱਟ ਹੁੰਦੇ ਆ ਤਾਂ ਬਿਜ਼ਨਸਮੈਨ ਨੂੰ ਲੱਗਦਾ ਕਿ ਸਾਨੂੰ ਨਿਊ ਕਸਟਮਰ ਹੋਰ ਚਾਹੀਦੇ ਆ, ਤਾਂ ਉਸ ਕਸਟਮਰ ਨੂੰ ਲੱਭਣ ਦੇ ਲਈ, ਨਵੇਂ ਕਸਟਮਰ ਬਣਾਉਣ ਦੇ ਲਈ ਉਹਨੂੰ ਅਲੱਗ-ਅਲੱਗ ਮੰਡੀਆਂ ਦੇ ਵਿੱਚ ਜਾ ਕੇ ਮਟੀਰੀਅਲ ਸੇਲ ਕਰਨਾ ਪੈਂਦਾ, ਅਲੱਗ-ਅਲੱਗ ਏਰੀਆ ਦੇ ਵਿੱਚ ਜਾ ਕੇ ਉਹਨੂੰ ਮਟੀਰੀਅਲ ਆ ਜਿਹੜਾ ਉਹ ਸਮਾਨ ਆ ਜਿਹੜਾ ਉਹ ਵੇਚਣਾ ਪੈਂਦਾ, ਤਾਂ ਕਿ ਉਹਨਾਂ ਦਾ ਬਿਜ਼ਨਸ ਆ ਜਿਹੜਾ ਉਹ ਅੱਗੇ ਜਾ ਸਕੇ। ਕਿਉਂਕਿ ਬਿਨਾਂ ਕਸਟਮਰ ਤੋਂ, ਬਿਨਾਂ ਗ੍ਰਾਹਕ ਤੋਂ ਕੋਈ ਵੀ ਕੰਮ ਹੈ ਜਿਹੜਾ ਉਹ ਨਹੀਂ ਚੱਲ ਸਕਦਾ। ਚਾਹੇ ਜਿੰਨਾ ਮਰਜ਼ੀ ਮਟੀਰੀਅਲ ਕਿਉਂ ਨਾ ਹੋਵੇ, ਜਿੰਨਾ ਮਰਜ਼ੀ ਪੈਸਾ ਕਿਉਂ ਨਾ ਖਰਚ ਕੀਤਾ ਹੋਵੇ, ਜਿੰਨੀ ਮਰਜ਼ੀ ਵਧੀਆ ਚੀਜ਼ ਕਿਉਂ ਨਾ ਹੋਵੇ, ਅਗਰ ਕੋਈ ਕਸਟਮਰ ਨਹੀਂ ਹੈਗਾ, ਕੋਈ ਖਰੀਦਣ ਵਾਲਾ ਨਹੀਂ ਹੈਗਾ ਤਾਂ ਉਹ ਕੰਮ ਕਦੇ ਵੀ ਜਿਹੜਾ ਉਹ ਅੱਗੇ ਨਹੀਂ ਜਾ ਸਕਦਾ। ਨੈਕਸਟ ਹੈ ਇਨੋਵੇਸ਼ਨ। ਇਨੋਵੇਸ਼ਨ ਦਾ ਮਤਲਬ ਹੁੰਦਾ ਕਿ ਚੇਂਜ, ਕਿਸੇ ਚੀਜ਼ ਦੇ ਬਦਲਾਵ, ਕੋਈ ਨਵੀਂ ਇਨਵੈਂਸ਼ਨ ਕਰਨੀ, ਖੋਜ ਕਰਨੀ, ਠੀਕ ਹੈ। ਤਾਂ ਦੇਖੋ, ਚੇਂਜ ਇਜ਼ ਦੀ ਲਾਅ ਆਫ ਨੇਚਰ। ਕਿਸੇ ਵੀ ਨੇਚਰ ਦਾ ਇੱਕ ਲਾਅ ਆ ਕਿ ਬਦਲਾਵ ਜਿਹੜੇ ਉਹ ਚੱਲਦੇ ਰਹਿਣੇ ਆ, ਚਾਹੇ ਉਹ ਨੇਚਰ, ਕੁਦਰਤ ਦੀ ਗੱਲ ਕਰੀਏ, ਚਾਹੇ ਹਿਊਮਨ ਦੀ ਗੱਲ ਕਰੀਏ, ਜਾਂ ਵੈਸੇ ਆਪਾਂ ਮਾਰਕੀਟ ਦੀ ਗੱਲ ਕਰੀਏ, ਤਾਂ ਹਰ ਵਕਤ ਕੋਈ ਨਾ ਕੋਈ ਚੇਂਜਸ ਆ ਜਿਹੜੇ ਉਹ ਆਉਂਦੇ ਰਹਿੰਦੇ ਆ। ਨਿਊ ਟੈਕਨੀਕਸ ਔਰ ਡਿਵੈਲਪਮੈਂਟਸ ਆਰ ਟੇਕਿੰਗ ਪਲੇਸ ਐਵਰੀ ਡੇ। ਨਵੀਆਂ ਖੋਜਾਂ, ਨਵੀਆਂ ਤਕਨੀਕਾਂ ਜਿਹੜੀਆਂ ਰੋਜ਼-ਰੋਜ਼ ਬਣਾਈਆਂ ਜਾਂਦੀਆਂ, ਨਵੇਂ-ਨਵੇਂ ਜਿਹੜੇ ਕੰਸੈਪਟ ਰੋਜ਼-ਰੋਜ਼ ਆ ਦੇਖਣ ਨੂੰ ਮਿਲਦੇ ਆ। ਇਸ ਕਰਕੇ ਕਹਿ ਸਕਦੇ ਹਾਂ ਕਿ ਜੇ ਆਪਣਾ ਜਿਹੜਾ ਜੋ ਵੀ ਆਪਣਾ, ਜੇ ਕੋਈ ਇਨਸਾਨ ਆਪਣਾ ਬਿਜ਼ਨਸ ਚਲਾਉਣਾ ਚਾਹੁੰਦਾ, ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ, ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਹਮੇਸ਼ਾ ਬਦਲਦੇ ਟਾਈਮ ਦੇ ਨਾਲ ਰਵੇ, ਠੀਕ ਹੈ। ਉਹਨੂੰ ਆਪਣੇ ਜਿਹੜੇ ਟਾਈਮ ਨੂੰ ਕੀ ਹੈ ਨਾਲ ਲੈ ਕੇ ਚੱਲਣਾ ਪਏਗਾ। ਨਿਊ ਟੈਕਨੀਕਸ ਐਂਡ ਮੈਥਡ ਆ ਜਿਹੜੇ ਉਹ ਲੈ ਕੇ ਆਉਣੇ ਪੈਣਗੇ ਪ੍ਰੋਸੈਸ ਦੇ ਵਿੱਚ, ਜਿਹਦੇ ਵਿੱਚ ਪ੍ਰੋਡਕਸ਼ਨ ਯਾਨੀ ਕਿ ਮਟੀਰੀਅਲ ਨੂੰ ਬਣਾਉਣ ਦੇ ਵਿੱਚ, ਉਹਨਾਂ ਨੂੰ ਮੈਨੇਜ ਕਰਨ ਦੇ ਵਿੱਚ। ਐਗਜ਼ਾਮਪਲ ਦਿੰਦੀ ਹਾਂ ਤੁਹਾਨੂੰ, ਠੀਕ ਹੈ। ਕੋਈ ਵੀ ਕੰਪਨੀ ਲੈ ਲਓ, ਠੀਕ ਹੈ, ਸੈਮਸੰਗ ਲੈ ਲਓ, ਚਲੋ, ਠੀਕ ਹੈ। ਹੁਣ ਜਿਵੇਂ ਸੈਮਸੰਗ ਕੰਪਨੀ ਹੈ, ਜੇਕਰ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਜਿਹੜੇ ਮੋਬਾਈਲ ਫੋਨ ਕ੍ਰੀਏਟ ਕੀਤੇ ਸੀ ਉਹ ਸੀਗੇ ਕੀਪੈਡ, ਠੀਕ ਹੈ, ਜਾਣੀ ਕਿ ਟੱਚ ਫੋਨ ਨਹੀਂ ਸੀ। ਪਰ ਜੇ ਉਸ ਤੋਂ ਬਾਅਦ ਜਿਵੇਂ ਟਾਈਮ ਚੇਂਜ ਹੋਇਆ, ਉਹਨਾਂ ਨੇ ਟੱਚ ਸਕਰੀਨ ਵਾਲੇ ਜਿਹੜੇ ਸੀਗੇ ਫੋਨ ਉਹਨਾਂ ਨੂੰ ਲਾਂਚ ਕੀਤਾ, ਠੀਕ ਹੈ। ਉਸ ਤੋਂ ਬਾਅਦ ਕੁਛ ਹੋਰ ਵੀ ਕੰਪਨੀਆਂ ਸੀਗੀਆਂ ਜਿਨ੍ਹਾਂ ਨੇ ਕੀਪੈਡ ਦੇ ਬਾਅਦ ਜਿਹੜੇ ਟੱਚ ਸਕਰੀਨ ਫੋਨ ਜਿਹੜੇ ਉਹ ਲਾਂਚ ਕੀਤੇ। ਅਗਰ ਇਹ ਚੇਂਜਿੰਗ ਟਾਈਮ ਦੇ ਨਾਲ ਚੇਂਜ ਨਾ ਹੁੰਦੇ, ਸਿਰਫ ਸਿੰਪਲ ਕੀਪੈਡ ਲੈ ਕੇ ਆਉਂਦੇ, ਠੀਕ ਹੈ, ਤਾਂ ਇਹਦਾ ਕੀ ਹੋਣਾ ਸੀਗਾ ਕਿ ਮਾਰਕੀਟ ਦੇ ਵਿੱਚ ਇਹਨਾਂ ਨੇ ਬਾਹਰ ਹੋ ਜਾਣਾ ਸੀ। ਲੋਕਾਂ ਨੇ ਕੀਪੈਡ ਫੋਨ ਪਸੰਦ ਨਹੀਂ ਸੀ ਕਰਨੇ, ਬਹੁਤ ਥੋੜ੍ਹੀ ਮਾਤਰਾ ਦੇ ਵਿੱਚ ਇਹਨਾਂ ਦੀ ਸੇਲ ਹੋਣੀ ਸੀ। ਟੱਚ ਸਕਰੀਨ ਜੋ ਕਿ ਅੱਜ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਚੱਲ ਰਹੇ ਆ, ਤਾਂ ਉਹਨਾਂ ਦੀ ਵੀ ਜਿਹੜੀ ਮੰਗ ਆ ਮਾਰਕੀਟ ਦੇ ਵਿੱਚ ਹੋਣੀ ਸੀ। ਜੇ ਇਹਨਾਂ ਨੇ ਇਨੋਵੇਸ਼ਨ ਕੀਤੀ, ਚੇਂਜ ਕੀਤਾ, ਟੱਚ ਸਕਰੀਨ ਵਾਲੇ ਫੋਨ ਲੈ ਕੇ ਆਉਂਦੇ ਤਾਂ ਉਹਨਾਂ ਦੀ ਸੇਲ ਜਿਹੜੀ ਜ਼ਿਆਦਾ ਹੋਗੀ। ਪਰ ਜੇ ਇਨੋਵੇਸ਼ਨ ਨਾ ਕਰਦੇ ਤਾਂ ਇਹ ਚੀਜ਼ ਨਹੀਂ ਸੀ ਹੋਣੀ। ਦੂਸਰੀ ਤਰਫ ਨੋਕੀਆ ਦੀ ਗੱਲ ਕਰਦੇ ਹਾਂ, ਨੋਕੀਆ ਦੇ ਫੋਨ ਸੇਮ ਹੋ ਸਕਦਾ ਹੈ, ਉਹਨਾਂ ਨੇ ਇਨੋਵੇਸ਼ਨ ਨਹੀਂ ਕੀਤੀ, ਕੋਈ ਚੇਂਜ ਨਹੀਂ ਕੀਤਾ, ਤਾਂ ਉਹਨਾਂ ਦੀ ਕੰਪਨੀ ਹੈ ਜਿਹੜੀ ਉਹਨੂੰ ਮਾਰਕੀਟ ਦੇ ਵਿੱਚੋਂ ਬਾਹਰ ਜਾਣਾ ਪਿਆ। ਉਹਨਾਂ ਦੇ ਕੇਸਿਸ ਦੇ ਵਿੱਚ ਹੁਣ ਉਹਨਾਂ ਦੇ ਕੋਈ ਵੀ ਟੱਚ ਫੋਨ, ਕੀਪੈਡ ਫੋਨ ਜਿਹੜੇ ਜ਼ਿਆਦਾ ਵਧੀਆ ਨਹੀਂ ਹੈਗੇ ਬਾਕੀ ਸਮਾਰਟਫੋਨ ਦੇ ਨਾਲੋਂ। ਕਹਿ ਸਕਦੇ ਕਿ ਇਨੋਵੇਸ਼ਨ ਬਿਜ਼ਨਸ ਦੇ ਲਈ। ਸੋ ਥੈਂਕ ਯੂ। ਇਹ ਸੀ ਅੱਜ ਦਾ ਤੁਹਾਡਾ ਟੌਪਿਕ ਔਰ ਉਮੀਦ ਹੈ ਕਿ ਤੁਹਾਨੂੰ ਸਮਝ ਆਈ ਹੋਏਗੀ, ਔਰ ਡਾਊਟ ਹੋਇਆ ਤਾਂ ਕੋਈ ਪੁੱਛ ਸਕਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।